ਹੈਲੋ ਸਟੂਡੈਂਟਸ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਵੈਲਕਮ ਲਾਈਫ ਸਬਜੈਕਟ ਕਲਾਸ +2 ਦੇ ਇੱਕ ਚੈਪਟਰ ਨੂੰ ਜਿਹਦੀ ਹੈਡਿੰਗ ਹੈ ਪ੍ਰੋਬਲਮਸ ਐਂਡ ਸੋਲਿਊਸ਼ਨਸ। तो स्टूडेंट्स बहुत ही इंटरेस्टिंग टॉपिक है और इनू पढ़ाने के पिछे की ऑब्जेक्टिव हैगा है। पहली गल टू डेवलप योर सैल्फ कॉन्फिडेंस, ਤੁਹਾਡੇ ਆਤਮ ਵਿਸ਼ਵਾਸ ਦੇ ਵਿੱਚ ਵਾਧਾ ਕਰਨਾ। ਦੂਸਰੇ ਨੰਬਰ 'ਤੇ ਸਟੂਡੈਂਟ ਨੂੰ ਇਹ ਰਿਅਲਾਈਜ਼ ਹੋਵੇ ਦੈਟ ਨੋ ਟਾਸਕ ਇਜ਼ ਇੰਪੋਸੀਬਲ ਇਨ ਲਾਈਫ। ਕੋਈ ਵੀ ਜ਼ਿੰਦਗੀ ਦੇ ਵਿੱਚ ਕੰਮ ਇਹੋ ਜਿਹਾ ਨਹੀਂ ਹੁੰਦਾ ਜਿਹਨੂੰ ਕੀ ਕਰਨਾ ਅਸੰਭਵ ਹੋਵੇ। ਐਂਡ ਥਰਡ ਓਬਜੈਕਟਿਵ ਇਜ਼ ਟੂ ਕਮ ਅਪ ਵਿਦ ਮੀਨਿੰਗਫੁਲ ਸੋਲਿਊਸ਼ਨਸ ਟੂ ਐਵਰੀ ਪ੍ਰੋਬਲਮ। ਸਾਨੂੰ ਹਰ ਇੱਕ ਪ੍ਰੋਬਲਮ ਦਾ ਮੀਨਿੰਗਫੁਲ ਸੋਲਿਊਸ਼ਨ ਲੱਭਣਾ ਹੈ, ਖੁਦ ਲੱਭਣਾ ਹੈ। ਅਤੇ ਲੈਟਸ ਸਟਾਰਟ ਦ ਚੈਪਟਰ। ਅਕੋਰਡਿੰਗ ਟੂ ਸਾਈਕੋਲੋਜੀ, ਅਗਰ ਦੇਖਿਆ ਜਾਏ ਅ ਪ੍ਰੋਬਲਮ ਇਜ਼ ਅ ਸਾਈਕੋਲੋਜੀਕਲ ਪ੍ਰੋਸੈਸ। ਇਹੀ ਮੰਨਿਆ ਜਾਂਦਾ ਹੈ ਕਿ ਕੋਈ ਵੀ ਸਮੱਸਿਆ ਜ਼ਿੰਦਗੀ ਦੇ ਵਿੱਚ ਜਦੋਂ ਆਉਂਦੀ ਹੈ ਤਾਂ ਉਹ ਇੱਕ ਸਾਈਕੋਲੋਜੀਕਲੀ ਪ੍ਰੋਸੈਸ ਉਹਦਾ ਹੁੰਦਾ ਹੈ, ਜਿਹਦੇ ਨਾਲ ਕਿ ਜੋ ਕੋਈ ਰਸਤੇ ਦੇ ਵਿੱਚ ਰੁਕਾਵਟ ਆ ਗਈ, ਕਿਸੇ ਤਰ੍ਹਾਂ ਦੀ ਸਮੱਸਿਆ ਕ੍ਰੀਏਟ ਹੋ ਗਈ ਜਿਹਦੇ ਨਾਲ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਅੱਗੇ ਵੱਧ ਨਹੀਂ ਪਾ ਰਹੇ ਹਾਂ ਜਾਂ ਅਸੀਂ ਬਹੁਤ ਬੁਰੀ ਤਰ੍ਹਾਂ ਫਸ ਗਏ ਹਾਂ, ਹੁਣ ਅੱਗੇ ਕੀ ਹੋਏਗਾ। ਔਰ ਇਨ ਰੀਅਲ ਲਾਈਫ we face a lot of problems, not only a single person। ਸਿਰਫ ਅਸੀਂ ਹੀ ਨਹੀਂ ਫੇਸ ਕਰਦੇ, ਹਰ ਇੱਕ ਹਿਊਮਨ ਬੀਇੰਗ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੇ ਨਾਲ ਹੀ ਇਹ ਗਲਤ ਹੋ ਰਿਹਾ ਹੈ, ਲੇਕਿਨ ਇਸ ਤਰੀਕੇ ਨਾਲ ਨਹੀਂ ਹੁੰਦਾ। ਹਰ ਇੱਕ ਇਨਸਾਨ ਨੂੰ ਆਪਣੀ ਲਾਈਫ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ ਹੈ। ਇੱਕ ਇਨਸਾਨ ਜਿਹਨੂੰ ਕਿ ਰੋਟੀ ਦੀ ਚਿੰਤਾ ਹੋ ਰਹੀ ਹੈ, ਇੱਕ ਇਨਸਾਨ ਜਿਹਨੂੰ ਕਿ ਪੈਸੇ ਦੀ ਚਿੰਤਾ ਹੋ ਰਹੀ ਹੈ, ਇੱਕ ਇਨਸਾਨ ਜੋ ਆਪਣੀ ਸਿਹਤ ਦੇ ਨਾਲ ਲੜਦਾ ਪਿਆ। ਦੇਅਰ ਆਰ ਲੋਟਸ ਆਫ ਪ੍ਰੋਬਲਮ ਇਨ ਦ ਵਰਲਡ। ਆਪਣੇ ਆਪ ਨੂੰ ਸੰਤੁਸ਼ਟੀ ਦੇਣ ਦੇ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਆਪ ਨੂੰ ਸਮੱਸਿਆ ਦੇ ਵਿੱਚੋਂ ਕੱਢਣਾ ਹੈ ਅਤੇ ਉਹਦੇ ਲਈ ਵੀ ਇੱਕ ਪ੍ਰੋਪਰ ਪ੍ਰੋਸੀਜਰ ਹੈ। ਉਸ ਪ੍ਰੋਸੀਜਰ ਦੇ ਅਕੋਰਡਿੰਗ ਅਸੀਂ ਚੱਲੀਏ, ਆਪਣੀ ਹਿੰਮਤ ਨਾ ਹਾਰੀਏ ਔਰ ਅਸੀਂ ਡੈਫੀਨੇਟਲੀ ਉਸ ਪ੍ਰੋਬਲਮ ਤੋਂ ਓਵਰਕਮ ਕਰ ਪਾਵਾਂਗੇ। ਉਹਦਾ ਸਲਿਊਸ਼ਨ ਸਾਨੂੰ ਜ਼ਰੂਰ ਮਿਲੇਗਾ। ਪ੍ਰੋਬਲਮ ਬੜੀ ਹੈ, ਛੋਟੀ ਹੋ ਸਕਦੀ ਹੈ। ਕਈ ਵਾਰ ਪ੍ਰੋਬਲਮ ਇਹੋ ਜਿਹੀ ਹੁੰਦੀ ਹੈ ਜਦੋਂ ਲੱਗਦਾ ਹੈ ਕਿ ਦੇਅਰ ਇਜ਼ ਨੋ ਸੋਲਿਊਸ਼ਨ, ਨੋ ਪੋਸੀਬਲ ਸੋਲਿਊਸ਼ਨ, ਲੇਕਿਨ ਇਵੇਂ ਨਹੀਂ ਹੁੰਦਾ। ਸਾਈਕੋਲੋਜੀਕਲੀ ਜੋ ਫੈਕਟ ਦਿੱਤੇ ਗਏ ਹੈ, ਜੋ ਪ੍ਰੋਬਲਮ ਸੋਲਵ ਕਰਨ ਦੇ ਤਰੀਕੇ ਦਿੱਤੇ ਗਏ ਹੈ, ਉਹਦੇ ਵਿੱਚੋਂ ਅਗਰ ਇਹ ਕਿਹਾ ਜਾਏ ਕਿ ਸਭ ਤੋਂ ਪਹਿਲਾ ਸਟੈਪ ਹੈ ਕਿ ਆਪਣੀ ਪ੍ਰੋਬਲਮ ਨੂੰ ਸਮਝਣਾ, ਕਿ ਆਈਡੈਂਟੀਫਾਈ ਯੋਰ ਪ੍ਰੋਬਲਮ ਹੈ ਕਿ ਉਹਦੀ ਪਹਿਚਾਣ ਕਰਨੀ ਕਿ ਐਕਚੁਅਲੀ ਮੈਂ ਪਰੇਸ਼ਾਨ ਕਿਉਂ ਹਾਂ, ਮੇਰੀ ਲਾਈਫ ਦੇ ਵਿੱਚ ਇਹ ਪ੍ਰੋਬਲਮ ਆਈ ਹੈ ਅਤੇ ਉਹ ਕੀ ਹੈ। ਸੈਕਿੰਡਲੀ, ਥਿੰਕ ਆਫ ਸਮ ਆਈਡੀਆਜ਼ ਟੂ ਸੋਲਵ ਦ ਪ੍ਰੋਬਲਮ ਐਂਡ ਮੇਕ ਅ ਲਿਸਟ ਆਫ ਆਈਡੀਆਜ਼। ਸੈਕਿੰਡ ਪੁਆਇੰਟ ਉਹ ਹੈ ਸਾਡੀ ਲਾਈਫ ਦੇ ਵਿੱਚ ਕਿ ਇਹ ਸੋਚਣਾ ਕਿ ਅਗਰ ਇਹ ਸਮੱਸਿਆ ਆਈ ਹੈ ਅਤੇ ਇਹਦੇ ਸੋਲਿਊਸ਼ਨ ਹੁਣ ਕੀ ਹੋ ਸਕਦੇ ਹੈ। ਪਹਿਲੇ ਨੰਬਰ 'ਤੇ 2 'ਤੇ ਸਾਨੂੰ ਇੱਕ ਲਿਸਟ ਬਣਾ ਲੈਣੀ ਚਾਹੀਦੀ ਹੈ ਔਰ ਉਹਨੂੰ ਕਲੀਅਰ ਕਰਨਾ ਚਾਹੀਦਾ। ਫਿਰ ਉਸ ਜੋ ਲਿਸਟ ਬਣਾਈ ਹੈ ਉਹਦੇ ਵਿੱਚੋਂ ਦੇਖੀਏ ਕਿ ਕਿਹੜਾ ਕੰਮ ਸਹੀ ਹੋ ਸਕਦਾ ਹੈ। ਅਗਰ ਉਹ ਕੰਮ ਬੈਸਟ ਆਈਡੀਆ ਸਾਡਾ ਸਿਲੈਕਟ ਹੋ ਜਾਂਦਾ ਹੈ ਅਤੇ ਫਿਰ 4th ਨੰਬਰ 'ਤੇ ਅੰਡਰਸਟੈਂਡ ਦ ਆਈਡੀਆ ਵੈਲ ਐਂਡ ਕਮ ਟੂ ਅ ਕੰਕਲੂਜਨ ਫॉर ਦ ਸੋਲਿਊਸ਼ਨ। ਔਰ ਫਿਰ ਇਹ ਸੋਚਣਾ ਕਿ ਅਗਰ ਇਹ ਆਈਡੀਆ ਮੈਂ ਬੈਸਟ ਮੰਨ ਕੇ ਕੰਮ ਕਰਦਾ ਹਾਂ ਅਤੇ ਇਹਦਾ ਫਿਰ ਰਿਜ਼ਲਟ ਕੀ ਹੋਣ ਵਾਲਾ ਹੈ। ਇਵੈਲੂਏਟ ਦ ਰਿਜ਼ਲਟ, ਫਿਰ ਉਹਦੇ ਅੱਗੇ ਕੀ ਮੈਨੂੰ ਹਾਸਿਲ ਹੋਏਗਾ, ਪਰਿਣਾਮ ਕੀ ਹੋ ਸਕਦਾ ਔਰ ਉਹਦੇ ਵਿੱਚ ਮੈਂ ਕਿੰਨਾ ਕੁ ਰਿਸਕ ਲੈ ਰਿਹਾ। ਠੀਕ ਹੈ, ਇੱਕ ਐਗਜ਼ਾਮਪਲ ਦੇ ਕੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿ ਇੱਕ ਯੰਗ ਮੈਨ ਨੇਮਡ ਗੌਰਵ ਹੂ ਵਾਜ਼ ਆਲਵੇਜ਼ ਰੈਸਟਲੈਸ। ਇੱਕ ਸਟੂਡੈਂਟ ਕਹਿ ਲਓ ਕਿ ਉਹਦਾ ਨਾਮ ਗੌਰਵ ਹੈ ਔਰ ਉਹ ਹਮੇਸ਼ਾ ਬੇਚੈਨ ਰਹਿੰਦਾ ਹੈ। ਲਾਈਫ ਦੇ ਵਿੱਚ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਉਹ ਡਰ ਜਾਂਦਾ ਹੈ। ਹੀ ਸਟਾਰਟਡ ਕ੍ਰਾਈਂਗ, ਈਵਨ ਕਿ ਰੋਣਾ ਸ਼ੁਰੂ ਕਰ ਦਿੰਦਾ ਹੈ। ਉਹ ਪ੍ਰੋਬਲਮ ਨੂੰ ਫੇਸ ਨਹੀਂ ਕਰ ਪਾਉਂਦਾ ਔਰ ਜਦੋਂ ਵੀ ਕਿਤੇ ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੀ ਐਲਡਰ ਸਿਸਟਰ ਕੋਲ ਜਾਂਦਾ ਹੈ ਕਿ ਉਹਦਾ ਸੋਲਿਊਸ਼ਨ ਮਿਲ ਜਾਏ। ਔਰ ਹੌਲੀ ਹੌਲੀ ਕੀ ਹੁੰਦਾ ਹੈ ਕਿ ਉਹ ਹਮੇਸ਼ਾ ਆਪਣੀ ਜੋ ਛੋਟੀ ਤੋਂ ਛੋਟੀ ਪ੍ਰੋਬਲਮ ਹੈ ਉਹ ਆਪਣੀ ਸਿਸਟਰ ਕੋਲ ਲੈ ਕੇ ਚਲਾ ਜਾਂਦਾ ਹੈ ਔਰ ਉੱਤੇ ਹੀ ਡਿਪੈਂਡ ਹੋ ਜਾਂਦਾ ਕਿ ਇਹੀ ਹੁਣ ਮੈਨੂੰ ਸੋਲਿਊਸ਼ਨ ਦੇਗੀ। ਹਿਸ ਫਾਦਰ ਡਿਡ ਨਾਟ ਲਾਈਕ ਹਿਸ ਸਨ ਟੂ ਬੀ ਕ੍ਰਾਈਂਗ ਲਾਈਕ ਅ ਬੇਬੀ। ਪਿਤਾ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਉਂਦੀ ਕਿ ਉਹਨਾਂ ਦਾ ਬੇਟਾ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਰੋਣਾ ਸ਼ੁਰੂ ਕਰ ਦੇ। ਉਹ ਬੜੀ ਕੋਸ਼ਿਸ਼ ਕਰਦੇ ਹੈ ਕਿ ਮੇਰੇ ਬੇਟਾ ਪ੍ਰੋਬਲਮਸ ਨੂੰ ਫੇਸ ਕਰੇ, ਡਿਫਿਕਲਟੀਜ਼ ਨੂੰ ਫੇਸ ਕਰੇ, ਜਿਹਦੇ ਨਾਲ ਇਹਨੂੰ ਸੈਲਫ ਕੌਨਫੀਡੈਂਸ ਆ ਜਾਏਗਾ। ਲੇਕਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਗੌਰਵ ਅਕਸਰ ਅਪਸੈਟ ਹੋ ਜਾਂਦਾ। ਔਰ ਇੱਕ ਦਿਨ ਦੀ ਗੱਲ ਹੈ ਕਿ ਜਦੋਂ ਪਿਤਾ ਨੇ ਦੇਖਿਆ ਕਿ ਬੇਟਾ ਰੋ ਰਿਹਾ ਹੈ ਅਤੇ ਉਹਨੂੰ ਪੁੱਛਿਆ ਗਿਆ ਕਿ ਕਾਰਨ ਕੀ ਹੈ, ਅਤੇ ਉਹ ਜਾਣ ਲੱਗਾ ਕਿ ਮੈਂ ਆਪਣੀ ਸਿਸਟਰ ਕੋਲ ਜਾਣਾ ਆ, ਮੈਂ ਬਹੁਤ ਜ਼ਿਆਦਾ ਅਪਸੈਟ ਹਾਂ। ਲੇਕਿਨ ਫਾਦਰ ਨੇ ਉਹਨੂੰ ਰੋਕ ਦਿੱਤਾ
कि ये डिसीजन तू खुद लेना है, ये सोल्यूशन तू खुद ਲੱਭਣਾ है। ਤੇ ਉਹਨੇ ਫਿਰ ਪ੍ਰੋਬਲਮ ਆਪਣੇ ਫਾਦਰ ਨਾਲ ਸ਼ੇਅਰ ਕੀਤੀ। ਕਈ ਵਾਰ ਜਦੋਂ ਅਸੀਂ ਆਪਣੀ ਪ੍ਰੋਬਲਮ ਨੂੰ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕਰ ਲੈਂਦੇ ਹਾਂ ਤੇ 50% ਤੋਂ ਜ਼ਿਆਦਾ ਸੋਲਿਊਸ਼ਨ ਸਾਡੇ ਪੇਰੈਂਟਸ ਸਾਨੂੰ ਦੇ ਦਿੰਦੇ ਆ, ਕਿਉਂਕਿ ਉਹਨਾਂ ਦੇ ਕੋਲ ਲਾਈਫ ਦਾ ਐਕਸਪੀਰੀਅੰਸ ਹੈ। ਕਈ ਵਾਰ ਬੱਚੇ ਡਰ ਦੇ ਮਾਰੇ ਆਪਣੀ ਪ੍ਰੋਬਲਮ ਨੂੰ ਪੇਰੈਂਟਸ ਦੇ ਨਾਲ ਨਹੀਂ ਸ਼ੇਅਰ ਕਰਦੇ ਕਿ ਸ਼ਾਇਦ ਇਹਦਾ ਰਿਜ਼ਲਟ ਮਾੜਾ ਹੋਏਗਾ, ਲੇਕਿਨ ਪੇਰੈਂਟਸ ਹਮੇਸ਼ਾ ਤੁਹਾਡੇ ਵੈਲ ਵਿਸ਼ਰ ਹੈ, ਉਹ ਤੁਹਾਡੇ ਲਈ ਕਦੀ ਵੀ ਗਲਤ ਨਹੀਂ ਸੋਚਦੇ। ਹੋ ਸਕਦਾ ਹੈ ਕਿ ਸ਼ੁਰੂਆਤ ਵਿੱਚ ਉਹਨਾਂ ਨੂੰ ਤੁਹਾਡੀ ਗੱਲ ਸੁਣ ਕੇ ਕਿਸੇ ਗੱਲ 'ਤੇ ਗੁੱਸਾ ਆ ਜਾਏ, ਲੇਕਿਨ ਫਿਰ ਵੀ ਉਹਨਾਂ ਨੇ ਹਮੇਸ਼ਾ ਆਪਣੇ ਬੱਚੇ ਦੇ ਵੈਲਫੇਅਰ ਦੀ ਹੀ ਗੱਲ ਕਰਨੀ ਹੁੰਦੀ ਹੈ। ਔਰ ਹੋ ਸਕਦਾ ਹੈ ਜਦੋਂ ਉਹ ਨਾਲ ਹੋਣ ਤਾਂ ਤੁਹਾਡੀ ਸਮੱਸਿਆ ਦਾ ਹੱਲ ਆਪਣੇ ਆਪ ਹੀ ਨਿਕਲ ਜਾਏ। ਇਸ ਕਰਕੇ ਆਪਣੇ ਪੇਰੈਂਟਸ ਦੇ ਨਾਲ ਕਿਸੇ ਵੀ ਪ੍ਰੋਬਲਮ ਨੂੰ ਸ਼ੇਅਰ ਕਰਨਾ ਇੱਕ ਬੈਸਟ ਸੋਲਿਊਸ਼ਨ ਹੈ ਆਪਣੇ ਆਪ ਨੂੰ ਸਟ੍ਰੈਸ ਰਿਲੀਵ ਕਰਨੇ ਦਾ। ਗੌਰਵ ਨੇ ਜਦੋਂ ਆਪਣੇ ਫਾਦਰ ਨੂੰ ਇਹ ਗੱਲ ਦੱਸੀ ਕਿ ਮੈਂ ਆਪਣੇ ਫਰੈਂਡ ਦੇ ਘਰ ਗਿਆ, ਉੱਥੇ ਲੈਪਟਾਪ 'ਤੇ ਗੇਮ ਖੇਲ ਰਹੇ ਸੀ, ਲੇਕਿਨ ਅਚਾਨਕ ਲੈਪਟਾਪ ਉਹਦੇ ਹੱਥੋਂ ਗਿਰ ਗਿਆ ਔਰ ਟੁੱਟ ਗਿਆ। ਔਰ ਇਸ ਚੀਜ਼ ਤੋਂ ਗੌਰਵ ਬਹੁਤ ਡਰ ਗਿਆ ਸੀ, ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰੇ, ਕਿਉਂਕਿ ਕੀਮਤੀ ਚੀਜ਼ ਦਾ ਨੁਕਸਾਨ ਹੋ ਗਿਆ। ਇਸ ਕਰਕੇ ਉਹ ਆਪਣੀ ਫਿਰ ਸਿਸਟਰ ਦੇ ਕੋਲ ਹੀ ਜਾਣਾ ਚਾਹੁੰਦਾ ਸੀ ਸੋਲਿਊਸ਼ਨ ਲਈ, ਲੇਕਿਨ ਫਾਦਰ ਨੇ ਉਹਨੂੰ ਕਿਹਾ ਨੋ, ਤੁਸੀਂ ਖੁਦ ਹੀ ਫਾਈਂਡ ਆਊਟ ਕਰਨਾ ਹੈ। ਔਰ ਗੌਰਵ ਨੇ ਫਿਰ ਲਿਸਟ ਬਣਾਈ ਕਿ ਮੈਂ ਕੀ ਕਰ ਸਕਦਾ ਹਾਂ। ਪਹਿਲੇ ਨੰਬਰ 'ਤੇ ਉਹਦੇ ਮਨ 'ਚ ਆਈਡੀਆ ਆਇਆ, I could have told that the screen was already broken when I saw the laptop। ਪਹਿਲੇ ਮਨ 'ਚ ਖਿਆਲ ਆਇਆ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਜਿਵੇਂ ਮੈਂ ਲੈਪਟਾਪ ਦੇਖਿਆ ਉਹਦੀ ਸਕਰੀਨ ਪਹਿਲੇ ਹੀ ਟੁੱਟੀ ਸੀ, ਲੇਕਿਨ ਉਹਦਾ ਅਗਰ ਰਿਜ਼ਲਟ ਆਪਾਂ ਦੇਖਦੇ ਹਾਂ ਕਿ ਹੋਏਗਾ ਕਿ ਇਟ ਇਜ਼ ਟੂ ਰਿਸਕੀ, ਉਹ ਝੂਠ ਬੋਲ ਰਿਹਾ ਹੈ ਔਰ ਉਹਦੇ ਫਰੈਂਡ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਸੱਚਾਈ ਕੀ ਹੈ, ਇਸ ਕਰਕੇ ਉਹਨਾਂ ਦੀ ਦੋਸਤੀ ਟੁੱਟ ਸਕਦੀ ਹੈ। ਦੂਸਰੀ ਗੱਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੈਂ ਲੈਪਟਾਪ ਜਦੋਂ ਦੇਖਿਆ ਤਾਂ ਉਹ ਪਹਿਲੇ ਹੀ ਕੰਮ ਨਹੀਂ ਕਰ ਰਿਹਾ ਸੀ, ਇਹ ਵੀ ਰਿਸਕੀ ਹੈ, ਕਿਉਂਕਿ ਇੱਥੇ ਵੀ ਗੌਰਵ ਝੂਠ ਬੋਲ ਰਿਹਾ ਹੈ। ਇਹਦਾ ਰਿਜ਼ਲਟ ਅਗਰ ਦੇਖੀਏ ਤੇ ਫਰੈਂਡ ਨੂੰ ਪਤਾ ਹੈ ਕਿ ਗੌਰਵ ਝੂਠਾ ਹੈ ਔਰ ਫਿਰ ਉਹ ਝੂਠੇ ਇਨਸਾਨ ਦੇ ਨਾਲ ਦੋਸਤੀ ਨਹੀਂ ਰੱਖੇਗਾ। ਤੀਸਰੀ ਗੱਲ, I could have told that I would get the laptop repaired। ਇਹ ਹੋ ਸਕਦਾ ਹੈ ਕਿ ਮੈਂ ਇਹਨੂੰ ਕਹਿ ਦੇਵਾਂ ਕਿ ਠੀਕ ਹੈ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਲੈਪਟਾਪ ਨੂੰ ਰਿਪੇਅਰ ਕਰਵਾ ਦੂੰਗਾ। ਹਾਂ, ਇੱਥੇ ਥੋੜ੍ਹਾ ਰਿਸਕ ਘੱਟ ਜਾਂਦਾ ਹੈ, ਕਿਉਂਕਿ ਗੌਰਵ ਦੇ ਫਰੈਂਡ ਨੂੰ ਗੁੱਸਾ ਤਾਂ ਹੈ ਕਿ ਉਹਨੇ ਉਹਦਾ ਨੁਕਸਾਨ ਕੀਤਾ, ਲੇਕਿਨ ਜਦੋਂ ਇਹ ਗੱਲ ਬੋਲ ਦਿੱਤੀ ਜਾਏਗੀ ਕਿ ਮੈਂ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਐਕਸੈਪਟ ਕੀਤਾ ਕਿ ਨੁਕਸਾਨ ਮੇਰੇ ਹੱਥੋਂ ਹੋਇਆ ਔਰ ਇਹਨੂੰ ਮੈਂ ਹੁਣ ਆਪਣੇ ਪੈਸੇ 'ਤੇ ਰਿਪੇਅਰ ਕਰਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ। ਅਤੇ ਇਸ ਤਰੀਕੇ ਦੇ ਨਾਲ ਜੋ ਸਾਡਾ ਆਈਡੀਆ ਹੈ ਉਹ ਬਾਕੀਆਂ ਨਾਲੋਂ ਮੱਚ ਬੈਟਰ ਹੈ, ਜਿਹਦੇ ਨਾਲ ਦੋਸਤੀ ਵੀ ਬਚੀ ਰਹਿ ਜਾਏਗੀ ਔਰ ਪ੍ਰੋਬਲਮ ਦਾ ਹੱਲ ਵੀ ਨਿਕਲ ਜਾਏਗਾ। ਅਤੇ ਇਹਨਾਂ ਚੀਜ਼ਾਂ ਤੋਂ ਅਸੀਂ ਕੀ ਸਮਝਦੇ ਹਾਂ, ਕੀ ਸਿੱਖ ਪਾਉਂਦੇ ਹਾਂ ਕਿ ਹਰ ਇੱਕ ਪ੍ਰੋਬਲਮ ਦਾ ਸੋਲਿਊਸ਼ਨ ਹੈ। ਉਹਨਾਂ ਸੋਲਿਊਸ਼ਨ ਦੀ ਇੱਕ ਲਿਸਟ ਬਣਾਉਣ ਦੀ ਦੇਰ ਹੈ, ਉਹਨਾਂ ਦੇ ਉੱਪਰ ਕੰਮ ਕਰਨ ਦੀ ਦੇਰ ਹੈ ਔਰ ਕਿਸੇ ਵੱਡੇ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਕਈ ਵਾਰ ਅਸੀਂ ਛੋਟੇ ਹੁੰਦੇ ਹਾਂ ਅਤੇ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਪਤਾ ਨਹੀਂ ਹੈ ਕਿ ਸੋਲਿਊਸ਼ਨ ਕਿਵੇਂ ਕੱਢਿਆ ਜਾ ਸਕਦਾ। ਔਰ ਕਈ ਵਾਰ ਇਨਸਾਨ ਸਿਰਫ ਇਹ ਬੱਚਿਆਂ ਦੀ ਹੀ ਗੱਲ ਨਹੀਂ ਹੈ, ਕਈ ਵਾਰ ਬਹੁਤ ਵੱਡੇ ਵੱਡੇ ਇਨਸਾਨ ਵੀ ਆਪਣੀ ਪ੍ਰੋਬਲਮ ਨੂੰ ਸ਼ੇਅਰ ਨਹੀਂ ਕਰਦੇ ਆ ਔਰ ਉਹਦਾ ਰਿਜ਼ਲਟ ਨਾ ਮਿਲਣ ਦੀ ਆਸ ਦੇ ਵਿੱਚ ਕਿ ਕੋਈ ਪੋਸੀਬਲ ਸੋਲਿਊਸ਼ਨ ਨਹੀਂ ਹੈ, ਬਹੁਤ ਹੀ ਗਲਤ ਕਦਮ ਉਠਾ ਲੈਂਦੇ ਆ, ਜਿਹਦੇ ਲਈ ਅਸੀਂ ਸਭ ਨੂੰ ਇਸ ਚੀਜ਼ ਦੇ ਲਈ ਅਵੇਅਰ ਹੋਣਾ ਚਾਹੀਦਾ ਹੈ ਔਰ ਅਵੇਅਰ ਕਰਵਾਉਣਾ ਚਾਹੀਦਾ ਹੈ ਕਿ ਘਰ ਦੇ ਵਿੱਚ ਆਪਣੀ ਫੈਮਿਲੀ 'ਚ ਬੈਠ ਕੇ ਆਪਣੀ ਪ੍ਰੋਬਲਮ ਨੂੰ ਡਿਸਕਸ ਕਰੀਏ, ਚਾਹੇ ਉਹ ਫਾਦਰ ਹੋਣ, ਚਾਹੇ ਮਦਰ ਹੋਏ ਜਾਂ ਘਰ ਦੇ ਬੱਚੇ ਹੋਣ, ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਆਪਣੀ ਪ੍ਰੋਬਲਮ ਨੂੰ ਡਿਸਕਸ ਕਰਨ ਔਰ ਉਹਦਾ ਸੋਲਿਊਸ਼ਨ ਡੈਫੀਨੇਟਲੀ ਨਿਕਲ ਜਾਏਗਾ ਔਰ ਰਿਜ਼ਲਟ ਵੀ ਉਹਦਾ ਬੈਟਰ ਹੋਏਗਾ। So I hope the chapter is clear to you. Thanks a lot.